नमस्कार, मैं हाँ शमी डावरा तो तुसी देख रहे हो SDTV प्राइम ते साडी खास पेशकश बलात्कार धरती मां दे नाल भाग चौथा। दोस्तों ਅਸੀਂ ਇਲਾਕੇ ਦੇ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਪਹਿਲਾਂ 3 ਐਪੀਸੋਡ ਜਿਹੜੇ ਆ ਅਸੀਂ ਉਹ ਦਿਖਾ ਦਿੱਤੇ ਨੇ। ਅੱਜ ਅਸੀਂ ਚੌਥਾ ਐਪੀਸੋਡ ਲੈ ਕੇ ਆਖਰੀ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਏ ਆ। ਜਿਨ੍ਹਾਂ ਦਰਸ਼ਕਾਂ ਨੇ ਉਹ ਐਪੀਸੋਡ ਨਹੀਂ ਦੇਖੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਤਿੰਨੇ ਲਿੰਕ ਜਿਹੜੇ ਆ ਉਹ ਪਾ ਦਿੱਤੇ ਨੇ। ਉਹ ਲੋਕ ਪਹਿਲੇ 3 ਐਪੀਸੋਡ ਵੀ ਦੇਖ ਸਕਦੇ ਨੇ ਤੇ ਇਸ ਚੌਥੇ ਐਪੀਸੋਡ ਦੇ ਉੱਤੇ ਵੀ ਨਜ਼ਰ ਮਾਰ ਸਕਦੇ ਨੇ। ਤੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਜ਼ਰੂਰ, ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤੇ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਉਹ ਆਵਾਜ਼ ਪਹੁੰਚ ਸਕੇ ਜਿਹੜੀ ਆਵਾਜ਼ ਨੂੰ ਅਸੀਂ ਲਗਾਤਾਰ ਪਿਛਲੇ 1 ਹਫ਼ਤੇ ਤੋਂ ਬੁਲੰਦ ਕਰਦੇ ਆ ਰਹੇ। ਆਓ ਦੇਖਦੇ ਹਾਂ ਬਲਾਤਕਾਰ ਧਰਤੀ ਮਾਂ ਦੇ ਨਾਲ ਚੌਥਾ ਭਾਗ। SDTV ਪ੍ਰਾਈਮ ਤੇ ਤੁਹਾਡਾ ਸਭ ਦਾ ਸਵਾਗਤ। ਦੋਸਤੋ ਚੌਥੇ ਭਾਗ ਦੇ ਵਿੱਚ ਅਸੀਂ ਕੱਲ ਆਖਰੀ ਜਦੋਂ ਤੀਸਰਾ ਪਾਰਟ ਕੀਤਾ ਸੀ ਤਾਂ ਉਸੇ ਆਖਰ ਦੇ ਵਿੱਚ ਕਿਹਾ ਸੀ ਕਿ ਇਸ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਧਰਨੇ ਦਿੱਤੇ ਗਏ, ਪ੍ਰਦਰਸ਼ਨ ਕੀਤੇ ਗਏ, ਜਾਮ ਲਗਾਏ ਗਏ, ਸਰਕਾਰ ਵੱਲੋਂ ਬਹੁਤ ਸਾਰੇ ਭਰੋਸੇ ਦਿੱਤੇ ਗਏ ਲੇਕਿਨ ਸਰਕਾਰ ਕਿਸੇ ਵੀ ਭਰੋਸੇ ਦੇ ਉੱਤੇ ਪੂਰੀ ਨਹੀਂ ਉਤਰੀ। ਆਖਿਰ ਸਰਕਾਰ ਤੇ ਇਹਨਾਂ ਸੰਘਰਸ਼ ਕਮੇਟੀ ਵਾਲਿਆਂ ਦੀ ਗੱਲਬਾਤ ਕਿਉਂ ਟੁੱਟਦੀ ਹੈ? ਅਸੀਂ ਗੱਲਬਾਤ ਕੀਤੀ ਸੀ ਟਿੱਕਾ ਯਸ਼ਵੀਰ ਚੰਦ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਟਿੱਕਾ ਯਸ਼ਵੀਰ ਚੰਦ ਜੀ ਨਾਲ ਹੋਈ ਗੱਲਬਾਤ ਤੋਂ। ਸਵਾਂ ਨਦੀ ਦੇ ਵਿੱਚ ਤੇ ਸਤਲੁਜ ਦਰਿਆ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਹੀ ਤਾਂ ਇਸ ਦਾ ਵਿਰੋਧ ਕਰਨ ਦੇ ਲਈ ਇਲਾਕਾ ਸੰਘਰਸ਼ ਕਮੇਟੀ ਬਣੀ ਸੀ ਜਿਸ ਨੇ ਨਾ ਕੇਵਲ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਕੰਨਾਂ ਦੇ ਵਿੱਚ ਇੱਕ ਡਮਰੂ ਵਜਾ ਦਿੱਤਾ ਹੈ ਬਲਕਿ ਸਰਕਾਰ ਨੂੰ ਸੋਚਣ ਲਈ ਮਜਬੂਰ ਵੀ ਕਰ ਦਿੱਤਾ ਸੀਗਾ ਵੀ ਕਿਉਂ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਸਰਕਾਰ ਇੱਥੇ ਤੱਕ ਪੁੱਜੀ, ਸਰਕਾਰ ਚਾਹੇ ਸਾਰੀ ਨਹੀਂ ਪੁੱਜੀ ਲੇਕਿਨ ਸਰਕਾਰ ਦੇ ਸਪੀਕਰ ਸਾਹਿਬ ਜੋ ਕਿ ਇਲਾਕੇ ਦੇ MLA ਵੀ ਨੇ ਰਾਣਾ KP ਸਿੰਘ ਉਹ ਇਹਨਾਂ ਤੱਕ ਪੁੱਜੇ, ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੂੰ ਆਪਣੇ ਕੋਲ ਬੁਲਾਇਆ, ਗੱਲਬਾਤ ਕੀਤੀ, ਬਹੁਤ ਸਾਰੇ ਫਿਰ ਇੱਕ ਵਾਰ ਇਹਨਾਂ ਨੂੰ ਵਾਅਦੇ ਕੀਤੇ ਗਏ, ਇਹਨਾਂ ਤੋਂ ਦਾਅਵੇ ਕੀਤੇ ਗਏ ਕਿ ਅੱਗੇ ਤੋਂ ਅਜਿਹਾ ਕੰਮ ਨਹੀਂ ਹੋਏਗਾ ਲੇਕਿਨ ਲਗਭਗ 20-25 ਦਿਨ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਹੈ ਉਹ ਮਾਈਨਿੰਗ ਸ਼ੁਰੂ ਹੋ ਗਈ। ਕਿਉਂ ਹੋਈ, ਕਿਸ ਤਰ੍ਹਾਂ ਹੋਈ, ਕੀ ਸੀ ਵਾਅਦੇ, ਅੱਜ ਗੱਲ ਕਰਾਂਗੇ ਇਲਾਕਾ ਸੰਘਰਸ਼ ਕਮੇਟੀ ਦੇ ਜਿਹੜੇ ਬੰਦੇ ਨੇ ਉਹਨਾਂ ਨਾਲ, ਜੋ ਮੈਂਬਰ ਨੇ ਉਹਨਾਂ ਦੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਤੇ ਇੱਕ ਵਿਸ਼ੇਸ਼ ਇਨਸਾਨ ਜਿਸ ਨੇ ਦਿਨ ਰਾਤ ਇੱਕ ਕਰਕੇ ਇਸ ਇਲਾਕਾ ਸੰਘਰਸ਼ ਕਮੇਟੀ ਨੂੰ ਅਗਾਂਹ ਤੋਰਿਆ ਹੋਇਆ ਹੈ, ਟਿੱਕਾ ਯਸ਼ਵੀਰ ਚੰਦ ਅੱਜ ਸਾਡੇ ਨਾਲ ਨੇ। ਟਿੱਕਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ SDTV ਪ੍ਰਾਈਮ ਤੇ ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਫੀਲਡ ਵਿੱਚ ਆ ਕੇ ਇਹ ਜਿਹੜਾ ਜੋ ਅੱਜ ਕਰ ਰਹੇ ਹੋ ਇਹ ਬੜੀ ਵੱਡਾ ਉਪਰਾਲਾ ਹੈ ਤੇ ਤੁਹਾਡਾ, ਤੁਹਾਡੇ ਦਰਸ਼ਕਾਂ ਦਾ, ਸਾਡੀ ਕਮੇਟੀ ਵੱਲੋਂ, ਸਾਰਿਆਂ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਟਿੱਕਾ ਜੀ ਮੈਂ ਗੱਲ ਕਰਨੀ ਹੈ ਕਿਉਂਕਿ ਆਪਾਂ ਪਹਿਲੇ ਵੀ ਪ੍ਰੋਗਰਾਮ ਮਾਈਨਿੰਗ ਦੇ ਉੱਤੇ ਕੀਤੇ ਔਰ ਤੁਸੀਂ ਸਾਨੂੰ ਜੋ ਗੱਲਾਂ ਦੱਸੀਆਂ ਸੀ ਅੱਜ ਅਸੀਂ ਲਗਭਗ ਉਹ ਸਾਰੀਆਂ ਗੱਲਾਂ ਇੱਥੇ ਦੇਖੀਆਂ ਵੀ ਉਹ ਸਹੀ ਨੇ। ਉਸ ਹਿਸਾਬ ਨਾਲ ਅੱਜ ਬਹੁਤ ਜ਼ਿਆਦਾ ਡੂੰਘੇ ਟੋਏ ਪੈ ਚੁੱਕੇ ਨੇ, 90-90 ਫੁੱਟ ਤੱਕ ਜਿਹੜੀ ਆ ਉਹ ਲੈਵਲ ਥੱਲੇ ਚਲਾ ਗਿਆ ਹੈ, ਉੱਥੋਂ ਖੁਦਾਈ ਹੋ ਚੁੱਕੀ ਹੈ ਮਾਈਨਿੰਗ ਦੀ ਗੈਰ ਕਾਨੂੰਨੀ ਢੰਗ ਦੇ ਨਾਲ। ਲੇਕਿਨ ਗੱਲ ਇਹ ਹੈ ਵੀ ਤੁਸੀਂ ਪਹਿਲਾਂ ਵੀ ਧਰਨੇ ਲਗਾਏ ਸੀ, ਪਹਿਲਾ ਧਰਨਾ ਤੁਸੀਂ ਦਿੱਤਾ ਰਿਹਾ ਔਰ ਲਗਭਗ ਫਿਰ ਤੁਹਾਨੂੰ ਆਸ਼ਵਾਸਨ ਸਰਕਾਰ ਵੱਲੋਂ ਦਿੱਤਾ ਗਿਆ, ਤੁਸੀਂ ਉਹ ਧਰਨਾ ਉਠਾ ਲਿਆ, ਫਿਰ ਦੁਬਾਰਾ ਹੁਣ ਧਰਨਾ ਲਗਾਉਣ ਦੀ ਜ਼ਰੂਰਤ ਕਿਉਂ ਪਈ? ਧਰਨੇ ਦੀ ਸ਼ੁਰੂਆਤ ਜਿਹੜੀ ਹੈ ਇਸ ਪਿੰਡ ਤੋਂ ਔਰ ਇਸ ਜਗ੍ਹਾ ਤੋਂ ਹੋਈ। ਕਾਰਨ ਕੀ ਸੀ ਕਿ ਇਹ ਜਿਹੜਾ ਹਰਸਾ ਵੇਲਾ ਹੈ ਇਹ ਉਹ ਪਿੰਡ ਹੈ ਜਿੱਥੇ ਦਰਿਆ ਔਰ ਸਵਾਂ ਆ ਕੇ ਮਿਲਦੇ ਨੇ, ਕੋਫਲੂਐਂਸ ਹੁੰਦਾ ਹੈ ਔਰ ਇਹ ਜਿਹੜੀ ਇਲੀਗਲ ਮਾਈਨਿੰਗ ਜਿਹੜੇ ਲੋਕ ਕਰਦੇ ਨੇ ਇਹਨਾਂ ਨੇ ਹੌਲੀ ਹੌਲੀ ਅਗੰਮਪੁਰ ਤੋਂ ਇੱਧਰ ਬਈਹਾਰਾ, ਸੈਦਪੁਰ ਇਸ ਪਾਸੇ ਤੋਂ ਵੱਧਦੇ ਇਹ ਦਰਿਆ ਦੇ ਰਿਵਰ ਬੈਡ ਵਿੱਚ ਵੀ ਆਉਣਾ ਸ਼ੁਰੂ ਕਰ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਕਿ ਇਹ ਪਿੰਡ ਜਿਹੜਾ ਹੈਗਾ ਇਹ ਹੜ੍ਹਨਾ ਸ਼ੁਰੂ ਹੋ ਗਿਆ। ਇਹ ਘਰ ਜਿਹੜੇ ਤੁਹਾਨੂੰ ਦਿਖ ਰਹੇ ਨੇ ਇਹ ਘਰ ਐਬੰਡਡ ਹਾਊਸਿਸ ਨੇ, ਇੱਥੇ ਰਹਿੰਦੇ ਨਹੀਂ ਲੋਕ ਕਿਉਂਕਿ ਛੱਡ ਕੇ ਚਲੇ ਗਏ। ਤੇ ਆਹ ਜਿਹੜਾ ਪੁਲ ਤੁਸੀਂ ਜਿਹਦੀ ਗੱਲ ਕਰ ਰਹੇ ਸੀਗੇ ਇਹ ਪੁਲ ਢਹਿ ਚੁੱਕਿਆ, ਪੁਲ ਰੁੜ ਚੁੱਕਿਆ, ਇਹ ਸਭ ਇਲੀਗਲ ਮਾਈਨਿੰਗ ਦਾ ਹੀ ਕਾਰਨ ਹੈ। ਸੋ ਇੱਥੇ ਸ਼ੁਰੂ ਕੀਤੀ ਇਹਨਾਂ ਨੇ ਮਾਈਨਿੰਗ, ਪਿੰਡ ਵਾਲਿਆਂ ਨੇ ਰੋਕਿਆ ਔਰ ਫਿਰ ਇਹ ਜਿਹੜਾ ਆਪਣਾ ਐਜੀਟੇਸ਼ਨ ਸੀ ਵੱਧਦਾ ਇਸ ਪੂਰੇ ਇਲਾਕੇ ਦੇ ਵਿੱਚ ਪੈ ਗਿਆ, ਆ ਗਿਆ।
ਫਿਰ ਇਹੀ ਗੱਲ ਪੁੱਛਿਆ ਵੀ ਜੇ ਤੁਸੀਂ ਐਜੀਟੇਸ਼ਨ ਸ਼ੁਰੂ ਕੀਤਾ ਫਿਰ ਉਹਨੂੰ ਉੱਥੇ ਤੱਕ ਲੈ ਕੇ ਗਏ ਤੁਸੀਂ ਆਪਣੇ ਪੁਲ ਦੇ ਉੱਤੇ ਜਾ ਜੀ। ਕੇ ਉੱਥੇ ਜਾ ਕੇ ਆਪਣੇ ਧਰਨੇ ਵੀ ਲਗਾਏ, ਰੋਸ ਪ੍ਰਦਰਸ਼ਨ ਵੀ ਕੀਤੇ, ਮੁਜ਼ਾਹਰੇ ਵੀ ਕੀਤੇ, ਫਿਰ ਉਹ ਬੰਦ ਵੀ ਕਰ ਦਿੱਤਾ ਤੁਸੀਂ ਸਰਕਾਰ ਦੇ ਕਹਿਣ ਦੇ ਉੱਤੇ, ਫਿਰ ਦੁਬਾਰਾ ਹੁਣ ਸ਼ੁਰੂ ਕੀਤੇ ਆ ਤੁਸੀਂ ਦੇਖੋ ਜੀ, ਪਹਿਲਾਂ ਬੰਦ ਇਸ ਕਰਕੇ ਕੀਤਾ ਸੀਗਾ ਕਿ ਇੱਕ ਗੱਲ ਤਾਂ ਅਸੀਂ ਜਿਹੜੀ ਹੁਣ ਵੀ ਕਹਿੰਦੇ ਆ, ਉਦੋਂ ਵੀ ਕਹਿੰਦੇ ਸੀਗੇ ਕਿ ਅਸੀਂ ਜਾਇਜ਼ ਮਾਈਨਿੰਗ ਦੇ ਔਰ ਡਿਵੈਲਪਮੈਂਟ ਦੇ ਅਸੀਂ ਖਿਲਾਫ ਨਹੀਂ ਹੈਗੇ, ਪਰ ਨਾਜਾਇਜ਼ ਮਾਈਨਿੰਗ ਦੇ ਅਸੀਂ ਹੱਕ ਵਿੱਚ ਨਹੀਂ। ਔਰ ਉਸ ਵੇਲੇ 4 ਮਾਈਨਾਂ ਜਿਹੜੀਆਂ ਸੀਗੀਆਂ ਉਸ ਵੇਲੇ ਉਹ ਜਿਹੜੀਆਂ ਇਹ ਕਹਿੰਦੀ ਹੁੰਦੀ ਸੀ ਸਰਕਾਰ ਕਿ ਸਾਨੂੰ ਇਹਨਾਂ ਦੇ ਵਿੱਚ ਮਾਈਨਿੰਗ ਕਰ ਲੈਣ ਦਿਓ, ਇਹਦੇ ਵਿੱਚ 10 ਫੁੱਟ ਤੋਂ ਜ਼ਿਆਦਾ ਗਹਿਰੀ ਖੁਦਾਈ ਨਹੀਂ ਕੀਤੀ ਜਾਏਗੀ, ਇਹਨਾਂ ਦੇ ਵਿੱਚ ਬਾਕੀ ਹੋਰ ਜਿਹੜੇ ਕਿਉਂਕਿ ਤੁਹਾਨੂੰ ਪਤਾ ਹੈ ਕੋਫਲੂਐਂਸ ਤੋਂ ਲੈ ਕੇ ਹਿਮਾਚਲ 'ਚ ਜਿੱਥੋਂ ਸਵਾਂ ਐਂਟਰ ਕਰਦਾ ਹੈ ਪੰਜਾਬ ਦੇ ਵਿੱਚ, ਇਹ 11 ਕਿਲੋਮੀਟਰ ਲੰਬਾ ਰਸਤਾ ਹੈ, ਜਿਹਦੇ ਵਿੱਚ ਤਕਰੀਬਨ 3-3.5 ਹਜ਼ਾਰ ਏਕੜ ਦਾ ਏਰੀਆ ਹੈ ਜਿਸ ਦੇ ਵਿੱਚ ਜਾਇਜ਼ ਨਾਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਸੀ। ਔਰ ਇਹ ਜਿਹੜੀ ਮਾਈਨਾਂ ਇਹਨਾਂ ਨੇ ਜਿਹੜੀਆਂ ਸਾਈਟਾਂ ਮਾਈਨ ਆਪਣਾ ਸੈਂਕਸ਼ਨ ਔਰ ਆਕਸ਼ਨ ਸੀਗੀਆਂ ਉਹ ਤਕਰੀਬਨ 348-350 ਏਕੜ ਦੀਆਂ ਸੀਗੀਆਂ। ਸੋ 350 ਏਕੜ ਜਾਇਜ਼ ਮਾਈਨਿੰਗ ਦੇ ਏਰੀਆ ਅਗਰ ਤੁਸੀਂ ਸਹੀ ਵੀ ਮੰਨ ਲਓ ਤਾਂ 2500-2750 ਏਕੜ ਦੇ ਲਗਭਗ ਇਹ ਨਾਜਾਇਜ਼ ਮਾਈਨਿੰਗ ਕਰਦੇ ਸੀ। ਸੋ ਇਹ ਇਹਨਾਂ ਨੇ ਭਰੋਸਾ ਦਿੱਤਾ ਸੀ ਵੀ ਸਹੀ ਮਾਈਨਿੰਗ ਜਿਹੜੀ 10 ਫੁੱਟ ਵਾਲੀ ਹੈ ਇਹਨਾਂ ਮਾਈਨਾਂ 'ਚ ਹੀ ਕੀਤੀ ਜਾਏਗੀ, ਬਾਕੀਆਂ ਦੇ ਵਿੱਚ ਉਹ ਨਹੀਂ ਕੀਤਾ ਜਾਏਗਾ। ਦੂਸਰਾ ਕਿ ਇਹ ਜਿਹੜੇ ਕ੍ਰਸ਼ਰ ਨੇ ਇਹਨਾਂ ਦੇ ਸਟਾਕ ਚੈੱਕ ਕੀਤੇ ਜਾਣਗੇ ਔਰ ਇਹਨਾਂ ਦੀ ਸਾਰੀ ਵੈਰੀਫਿਕੇਸ਼ਨ ਕਰਕੇ ਉਹ ਕੀਤਾ ਜਾਏਗਾ। ਤੀਸਰਾ, ਜਿੱਥੇ ਵੀ ਇਲੀਗਲ ਮਾਈਨਿੰਗ ਪਿੱਛੇ ਸਮੇਂ ਦੇ ਵਿੱਚ ਹੋਈ ਹੈ ਉਹਦੀ ਨਿਸ਼ਾਨਦੇਹੀ ਕਰਕੇ ਮਹਿਕਮਾ ਮਾਲ ਔਰ ਇਹਦੀ ਡੂੰਘਾਈ ਔਰ ਉਹਦੀ ਸਾਰਾ ਐਕਸਟੈਂਟ ਕਿ ਕਿੰਨੀ ਇੱਥੇ ਇਹਨਾਂ ਨੇ ਨੁਕਸਾਨ ਇਹ ਕੀਤਾ ਹੈ ਕਿ ਉਸ ਦੇ ਮੁਤਾਬਕ ਠੇਕੇਦਾਰਾਂ 'ਤੇ ਜਾਂ ਕ੍ਰਸ਼ਰ ਵਾਲਿਆਂ 'ਤੇ ਜਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਜ਼ਮੀਨਾਂ ਨਜਾਇਜ਼ ਤਰੀਕੇ ਨਾਲ ਪਟਵਾਈਆਂ ਹੈ ਕਿ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਸਾਰੇ ਭਰੋਸੇ ਸੀਗੇ, ਪਰ ਜਦੋਂ ਜਾਇਜ਼ ਮਾਈਨਿੰਗ ਦੀ ਆੜ ਦੇ ਵਿੱਚ ਇਹਨਾਂ ਨੇ ਫਿਰ ਸਾਰਾ ਕੰਮ ਉਹੀ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਅਤੇ ਤੁਸੀਂ ਜਾ ਕੇ ਜਿਵੇਂ ਕਿ ਅੱਜ ਦੇਖਿਆ ਹੈ ਸਵਾਂ ਦੇ ਵਿੱਚ ਜੋ ਹਾਲ ਹੈ ਔਰ ਜੋ ਹੋ ਰਿਹਾ ਹੈ ਔਰ ਜੋ ਇਸ ਧਰਤੀ ਮਾਂ ਦਾ ਜਿਹਨੂੰ ਕਹਿੰਦੇ ਨਾ ਵੀ ਮਾਈਨਿੰਗ ਦੇ ਆੜ ਦੇ ਵਿੱਚ ਜੋ ਬਲਾਤਕਾਰ ਹੋ ਰਿਹਾ ਹੈ ਉਹ ਤੁਸੀਂ ਖੁਦ ਵੀ ਦੇਖ ਕੇ ਆਏ। ਤਾਂ ਸਾਨੂੰ ਇਸ ਵਾਸਤੇ ਮਜਬੂਰ ਹੋਣਾ ਪਿਆ ਵੀ ਅਸੀਂ ਮੁੜ ਕੇ ਧਰਨੇ 'ਤੇ ਬੈਠੇ ਹੋ। ਅੱਛਾ, ਇੱਕ ਗੱਲ ਮੈਂ ਜਿਹੜੀ ਤੁਹਾਡੇ ਕੋਲੋਂ ਪੁੱਛਿਆ ਵੀ ਇਹਦੇ ਨਾਲ ਇਹ ਵੀ ਕਹਿ ਰਿਹਾ ਵੀ ਇਹ ਸਰਕਾਰ ਕੁਛ ਜਿਹਨੂੰ ਤੁਸੀਂ ਜਾਇਜ਼ ਮਾਈਨਿੰਗ ਕਹਿੰਦੇ ਹੋ, ਲੀਗਲ ਮਾਈਨਿੰਗ ਕਹਿੰਦੇ ਹੋ, ਸਰਕਾਰ ਉਹ ਇਹਨਾਂ ਨੂੰ ਪੱਟਣ ਲਈ ਦਿੰਦੀ ਹੈ, ਉਹ ਤੋਂ ਬਾਅਦ ਇਹ ਇਲੀਗਲ ਬਹੁਤ ਜ਼ਿਆਦਾ ਕਰ ਲੈਂਦੇ ਆ ਵੀ ਕਿਤੇ ਨਾ ਕਿਤੇ ਇੱਕ ਇੱਥੇ ਇਹ ਵੀ ਕਿਹਾ ਜਾਂਦਾ ਵੀ ਗੁੰਡਾ ਪਰਚੀ ਵੀ ਚੱਲ ਰਹੀ ਹੈ, ਰਾਇਲਟੀ ਵੀ ਚੱਲ ਰਹੀ ਹੈ, ਉਹ ਫਿਰ ਕਿੱਥੇ ਹੈ, ਕਿਸ ਤਰ੍ਹਾਂ ਸਾਰਾ ਕੰਮ ਕਰਦਾ ਹੈ? ਗੱਲ ਇਹ ਹੈ ਜੀ, ਅਸੂਲ ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਜਿਸ ਠੇਕੇਦਾਰ ਨੇ ਉਹ ਮਾਈਨ ਲਈ ਹੈ ਜੀ ਉਹ ਉਸ ਨੂੰ ਮਟੀਰੀਅਲ ਪੱਟ ਕੇ ਕ੍ਰਸ਼ਰ ਵਾਲਿਆਂ ਨੂੰ ਦੇਵੇ ਔਰ ਉਸ ਦੇ ਬਦਲੇ ਦੇ ਵਿੱਚ ਉਹਨਾਂ ਤੋਂ ਪੈਸੇ ਲਵੇ। ਅਸੂਲ ਇਹ ਕਹਿੰਦਾ। ਔਰ ਜਾਇਜ਼ ਮਾਈਨਿੰਗ ਦਾ ਮਤਲਬ ਹੈ ਜ਼ਮੀਨੀ ਸਤ੍ਹਾ ਤੋਂ 10 ਫੁੱਟ ਤੱਕ ਦੀ ਟੋਆ ਪੁੱਟਣਾ, ਬਿਲਕੁਲ ਖੁਦਾਈ ਕਰਨੀ, ਉਹ ਵੀ ਇਕਸਾਰ ਖੁਦਾਈ ਕਰਨੀ ਜੀ। ਤੇ ਪਰ ਇਹ ਕਰ ਨਹੀਂ ਰਹੇ। ਮਾਈਨਿੰਗ ਕੰਟਰੈਕਟਰ ਕੋਲ ਤਾਂ ਆਪਣੀ ਇੱਕ ਮਸ਼ੀਨ ਵੀ ਨਹੀਂ ਹੈ ਜੀ। ਉਹਨਾਂ ਨੇ ਇਹ ਸਾਰਾ ਹੀ ਕੰਮ ਜਿਹੜਾ ਹੈ ਇਹ ਇਹਨਾਂ ਦੇ ਜਿੰਮੇ ਛੱਡ ਦਿੱਤਾ ਹੋਇਆ ਕ੍ਰਸ਼ਰ ਓਨਰ ਦੇ ਉੱਤੇ। ਔਰ ਕ੍ਰਸ਼ਰ ਓਨਰ ਜਿਹੜੇ ਨੇ ਉਹ ਸਿਰਫ ਆਪਣਾ ਜੋ ਤਬਾਹੀ ਉਹ ਕਰਦੇ ਨੇ, ਜਿੰਨੀ ਡੂੰਘੀ ਉਹ ਪੁੱਟਦੇ ਨੇ ਔਰ ਉਹ ਸਾਰਾ ਜਿਹੜਾ ਹੈ ਉਹਦਾ ਨੁਕਸਾਨ ਜਿਹੜਾ ਹੈ ਉਹ ਇਲਾਕਾ ਚੱਲਦਾ ਹੈ। ਕਿਤੇ ਨਾ ਕਿਤੇ ਪਾਣੀ ਦਾ ਲੈਵਲ ਵੀ ਘਟ ਰਿਹਾ ਕਹਿ ਰਿਹਾ। ਪਾਣੀ ਦੇ ਲੈਵਲ ਦਾ ਤਾਂ ਜੀ ਇਹ ਹਾਲ ਹੈ ਕਿ ਜਿੱਥੇ 20-20, 25-25 ਫੁੱਟ 'ਤੇ ਸਾਡੇ ਪਾਣੀ ਹੁੰਦਾ ਸੀ ਉੱਥੇ 200-200 ਫੁੱਟ ਹੁਣ ਬੋਰ ਹੋਣੇ ਪੈ ਰਹੇ। ਤੁਸੀਂ ਆਪਣਾ ਸਰਦਾਰ ਹਰਦੇਵ ਸਿੰਘ ਹੋਰੀ ਸਾਡੇ ਨਾਲ ਹੀ ਨੇ, ਇਹ ਖੜ੍ਹੇ ਨੇ, ਇਹਨਾਂ ਨੇ ਤੁਹਾਨੂੰ ਦੱਸਿਆ ਵੀ ਕਿ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਹੈ ਇਹ ਸਾਡੇ ਪਾਣੀ। ਦੇਖੋ ਵਾਟਰ ਸਪਲਾਈ ਸਕੀਮ, ਪੀਣ ਵਾਲਾ ਪਾਣੀ ਜਿਹੜਾ ਹੈ ਉਹ ਸਕੀਮਾਂ ਖੁਸ਼ਕ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੇ ਲੋਕਾਂ ਦੇ ਬੋਰ ਨੇ, ਟਿਊਬਵੈੱਲ ਨੇ, ਇਹ ਖੁਸ਼ਕ ਹੋਣੇ ਸ਼ੁਰੂ ਹੋ ਗਏ। ਔਰ ਇਸ ਤੋਂ ਇਲਾਵਾ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਜਿਹੜੀ ਨਮੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਗਈ, ਜਿਹਦੇ ਨਾਲ ਸਾਡੇ ਬੂਟਿਆਂ ਦਾ, ਸਾਡੇ ਵਾਤਾਵਰਨ ਦਾ, ਸਾਡੇ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ। ਔਰ ਇੱਥੇ ਜਿਹੜਾ ਲੋਕਾਂ ਦਾ ਮੁੱਖ ਕਿੱਤਾ ਉਹ ਖੇਤੀ ਹੈ, ਖੇਤੀ ਪਰ ਨਿਰਭਰ ਕਰਦੇ। ਜੇ ਇਹਨਾਂ ਦੇ ਖੇਤ ਹੀ ਨਹੀਂ ਬਚਣੇ ਤਾਂ ਇਹ ਇਲਾਕਾ ਤਾਂ ਬੰਜਰ ਔਰ ਬੇਜਾਨ ਹੋ ਜਾਵੇ। ਇਹ ਹੈ ਉਸ ਤੁਸੀਂ ਦੱਸ ਸਕਦੇ ਹੋ ਬਈ ਕੀ ਪਿੰਡਾਂ ਵਾਲਿਆਂ ਨੂੰ ਉਸ ਅੱਜ 4.5 ਸਾਲ ਲਗਭਗ ਸਰਕਾਰ ਬਣੀ ਨੂੰ ਹੋ ਗਏ ਹੈ ਕਿ ਕਿਸੇ ਮੁਆਵਜ਼ਾ ਮਿਲਿਆ ਹੋਵੇ ਜਾਂ ਕਿਸੇ ਦਾ ਜਿਹਦੇ ਪਾਣੀ ਨਹੀਂ ਆ ਰਿਹਾ, ਪਾਣੀ ਦਾ ਲੈਵਲ ਬਹੁਤ ਡਾਊਨ ਹੋ ਗਿਆ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਮੇਰਾ 3.5-4 ਲੱਖ ਰੁਪਇਆ ਜਿਹੜਾ ਹੈ ਉਹ ਬੋਰ ਕਰਾਉਣ ਦੇ ਉੱਤੇ ਹੀ ਲੱਗ ਗਿਆ ਹੈ 200 ਫੁੱਟ ਦਾ। ਵੀ ਇਸ ਤਰ੍ਹਾਂ ਦਾ ਕੋਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਤੋਂ ਜਿਹੜੇ ਘਰ ਛੱਡ ਕੇ ਚਲੇ ਗਏ ਨੇ ਉਹਨਾਂ ਨੂੰ ਕੋਈ ਚੀਜ਼ ਦੀ ਰਿਆਇਤ ਮਿਲੀ ਹੋਵੇ?
ਕਿਸੇ ਨੂੰ ਜੀ ਕੋਈ ਰਿਆਇਤ ਨਹੀਂ, ਇੱਕ ਨਵੇਂ ਪੈਸੇ ਦੀ ਵੀ ਅੱਜ ਤੱਕ ਮਿਲੀ ਹੈ ਜੀ। ਮਿਲੀ ਕਿਆ ਨਾਲ ਮਤਲਬ ਭਰੋਸਾ ਵੀ ਨਹੀਂ ਦਿੱਤਾ ਹੋਇਆ ਕਿਸੇ ਨੇ। ਉਹ ਤਾਂ ਇਲੈਕਸ਼ਨਾਂ ਦੇ ਚੁਣਾਵੀ ਜੁਮਲੇ ਸੀਗੇ ਜਿਹੜੇ ਲੀਡਰ ਕਰਦੇ ਨੇ, ਲੀਡਰ ਦਿੰਦੇ ਨੇ ਔਰ ਉਸ ਤੋਂ ਬਾਅਦ ਉਹ ਭੁੱਲ ਜਾਂਦੇ ਨੇ। ਤੁਸੀਂ ਅਗਰ ਅੰਕੜੇ ਕਢਾ ਕੇ ਦੇਖੋ ਕਿ ਅੱਜ ਤੋਂ 4.5 ਸਾਲ ਪਹਿਲਾਂ ਇਸ ਇਲਾਕੇ ਦੇ ਵਿੱਚ ਕਿੰਨੇ ਕ੍ਰਸ਼ਰ ਸੀਗੇ ਤੇ ਹੁਣ ਕਿੰਨੇ। ਇਸ ਪਹਿਲੇ ਅਗਰ ਤੁਸੀਂ ਉਸ ਵੇਲੇ ਦੀਆਂ ਤੁਸੀਂ ਸੈਟੇਲਾਈਟ ਇਮੇਜਰੀ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਉਸ ਵੇਲੇ ਜਿਹੜੀ ਮਾਈਨਿੰਗ ਦਾ ਕੀ ਹਾਲ ਸੀ ਤੇ ਹੁਣ ਮਾਈਨਿੰਗ ਦਾ ਕੀ ਹਾਲ ਹੈ। ਇਹਦਾ ਐਕਸਟੈਂਟ ਡੈਮੇਜ ਜਿਹੜਾ ਹੈ ਉਹ ਪਿਛਲੇ 4 ਸਾਲ ਦਾ ਸਵਾ 4 ਸਾਲ ਦਾ ਪਿਛਲੇ 15 ਸਾਲ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੈ। ਸੋ ਔਰ ਇਹ ਸਾਰਾ ਹੀ ਜੋ ਹੋ ਰਿਹਾ ਇਹ ਪੋਲੀਟੀਕਲ ਪ੍ਰੋਟੈਕਸ਼ਨ ਦੇ ਤਹਿਤ ਹੋ ਰਿਹਾ। ਇਹਦੇ ਵਿੱਚ ਪੋਲੀਟੀਕਲ ਪੈਟਰੋਨੇਜ ਹੈ। ਮੈਨੂੰ ਨਹੀਂ ਪਤਾ ਇਹ ਕਿਸ ਹਿਸਾਬ ਨਾਲ ਇਹ ਪੋਲੀਟੀਕਲ ਪੈਟਰੋਨੇਜ ਦਿੱਤੀ ਜਾਂਦੀ ਜਾਂ ਲਈ ਜਾਂਦੀ, ਪਰ ਡੈਫੀਨੇਟਲੀ ਪੋਲੀਟੀਕਲ ਪੈਟਰੋਨੇਜ ਹੈ। ਔਰ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹ ਇੱਕ ਸਾਇਲੈਂਟ ਸਪੈਕਟੇਟਰ, ਮੂਕ ਦਰਸ਼ਕ ਜਿਹੜੇ ਨੇ ਉਹ ਬਣੇ ਹੋਏ ਨੇ। ਅਸੀਂ ਅੱਜ ਵੀ ਜਦੋਂ ਆਪਣੀ ਸ਼ਿਕਾਇਤ ਲੈ ਕੇ DC ਸਾਹਿਬਾ ਕੋਲ ਜਾਂ SSP ਸਾਹਿਬ ਕੋਲ ਜਾਂ ਜਿਨ੍ਹਾਂ ਕੋਲ ਜਾਂਦੇ ਹਾਂ ਜਾਂ ਜਿਸ ਵੇਲੇ ਮਸ਼ੀਨ ਲੱਗੀ ਹੋਵੇ ਅਸੀਂ SHO ਨੂੰ ਕਾਲ ਕਰਦੇ ਹਾਂ ਤਾਂ ਸਾਨੂੰ ਮਤਲਬ ਕੋਈ ਸਾਡੇ ਉਹਦੇ ਵਿੱਚ ਨਹੀਂ ਆਉਂਦਾ ਔਰ ਨਹੀਂ ਬਿਲਕੁਲ ਕਰਦੇ। ਔਰ ਸਾਡੀ ਅੰਡਰਸਟੈਂਡਿੰਗ ਸਾਨੂੰ ਇਹ ਦਿੱਤੀ ਜਾਂਦੀ ਹੈ ਕਿ ਜਦੋਂ ਤੱਕ ਮਾਈਨਿੰਗ ਡਿਪਾਰਟਮੈਂਟ ਦਾ ਬੰਦਾ ਆਫੀਸਰ ਕਾਲ ਨਹੀਂ ਕਰੇਗਾ ਉਸ ਵੇਲੇ ਤੱਕ ਪੁਲਿਸ ਮੌਕੇ 'ਤੇ ਨਹੀਂ ਜਾਏਗੀ। ਇਹਦਾ ਮਤਲਬ ਹੈ ਕਿ ਅਸੀਂ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਜਿਹੜੀਆਂ ਸਾਨੂੰ ਨਹੀਂ ਪਤਾ ਉਹ ਲਿਖਿਤ ਹਦਾਇਤਾਂ ਨੇ ਜਾਂ ਉਹ ਅਲਿਖਿਤ ਹਦਾਇਤਾਂ ਨੇ, ਜ਼ੁਬਾਨੀ ਨੇ ਜਾਂ ਸਰਕਾਰ ਦੀ ਕਿੰਨੀ ਉਸ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੈਗਾ। ਪਰ ਸਾਡੀ ਗੱਲ ਸੁਣੀ ਨਹੀਂ ਜਾ ਰਹੀ। ਤੁਹਾਡੀ ਗੱਲ ਸੁਣੀ। ਹੁਣ ਤੁਸੀਂ ਕੋਈ ਮੰਗ ਲੈ ਕੇ, ਕਿਉਂਕਿ ਐਜੀਟੇਸ਼ਨ ਤੁਸੀਂ ਕਰ ਰਹੇ ਹੋ, ਕਦੀ ਤੁਸੀਂ ਹਾਲਾਂਕਿ ਕਿਹਾ ਸਰਕਾਰ ਸਾਡੀ ਮੰਨਦੀ ਨਹੀਂ, ਐਡਮਿਨਿਸਟ੍ਰੇਸ਼ਨ ਤਾਂ ਸਾਡੀ ਮੰਨਦਾ ਹੀ ਨਹੀਂ ਹੈਗਾ, ਫਿਰ ਤੁਸੀਂ ਕਿਸ ਤਰ੍ਹਾਂ ਸੋਚ ਰਹੇ ਹੋ ਵੀ ਇਹ ਚੀਜ਼ਾਂ ਤੁਸੀਂ ਬੰਦ ਕਰਾ ਲਓਗੇ ਜਾਂ ਤੁਹਾਡੀ ਸੁਣਵਾਈ ਕਿਤੇ ਨਾ ਕਿਤੇ ਹੋ ਜਾਏਗੀ? ਗੱਲ ਇਹ ਹੈ ਜੀ ਅਗਰ ਲੜਾਂਗੇ ਨਹੀਂ ਤਾਂ ਇਹ ਤਾਂ ਲੜਾਈ ਫਿਰ ਤਾਂ ਇੱਥੇ ਬਿਲਕੁਲ ਤਬਾਹੀ ਹੋ ਜਾਏਗੀ। ਇਹ ਤੁਸੀਂ ਦੇਖ ਰਹੇ ਹੋ ਦਰਿਆ, ਇਸ ਦੇ ਵਿੱਚ ਇਸ ਪੱਥਰ 'ਤੇ ਜਿਹੜੀ ਸਰਕਾਰ ਦੀ ਔਰ ਇਹਨਾਂ ਦੀ ਇਸ ਮਾਈਨਿੰਗ ਮਾਫੀਆ ਦੀ ਜਿਹੜੀ ਨਿਗਾਹ ਹੈ, ਅਗਰ ਇਹ ਹੋ ਗਿਆ ਤਾਂ ਵੇਲੇ ਹਟ ਜਾਣਗੇ, ਇਹ ਰੁੜ ਜਾਣਗੇ। ਇਹ ਜਿਹੜੇ ਆਪਣਾ 5-6 ਪਿੰਡ ਇੱਥੋਂ ਤੋਂ ਆਉਂਦੇ ਨੇ ਨੰਗਲ ਤੋਂ ਲੈ ਕੇ ਔਰ ਦੋਵੇਂ ਪਾਸੇ ਜਿਹੜੇ ਜ਼ਮੀਨ ਹੈ ਉਹ ਬੰਜਰ ਹੋ ਜਾਏਗੀ ਕਿਉਂਕਿ ਪਾਣੀ ਰਹਿਣਾ ਨਹੀਂ, ਪਾਣੀ ਦਾ ਲੈਵਲ ਥੱਲੇ ਜਾਣਾ ਔਰ ਇਹ ਜ਼ਮੀਨ ਨੇ ਬੰਜਰ ਹੋ ਜਾਣਾ। ਔਰ ਇਹ ਜਿਹੜੇ ਲੋਕ ਜਿਨ੍ਹਾਂ ਦਾ ਕਿ ਮੁੱਖ ਕਿੱਤਾ ਖੇਤੀ ਹੈ ਬਿਲਕੁਲ ਇਹ ਬੇਘਰ ਵੀ ਹੋ ਜਾਣੇ ਔਰ ਇਹ ਬਰਬਾਦ ਹੋ ਜਾਣੇ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਡੇ ਨਾਲ ਖੁੱਲ੍ਹ ਕੇ ਚਰਚਾ ਕੀਤੀ, ਸਾਨੂੰ ਦੱਸਿਆ ਔਰ ਅਸੀਂ ਕੋਸ਼ਿਸ਼ ਇਹੀ ਹੈ ਸਾਡੀ ਵੀ ਅਸੀਂ ਦਰਸ਼ਕਾਂ ਨੂੰ ਵੱਧ ਤੋਂ ਵੱਧ ਦਿਖਾ ਸਕੀਏ ਵੀ ਅੱਜ ਅਨੰਦਪੁਰ ਸਾਹਿਬ ਹਲਕੇ ਦੇ ਇਹਨਾਂ ਬੇਲਿਆਂ ਦੇ ਵਿੱਚ, ਇਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਜਿੱਥੋਂ ਸਤਲੁਜ ਦਰਿਆ ਲੰਘ ਰਿਹਾ ਹੈ ਜਾਂ ਜਿੱਥੇ ਜਿੱਥੇ ਸਵਾਂ ਨਦੀ ਆ ਰਹੀ ਹੈ ਉੱਥੇ ਇਸ ਗੈਰ ਕਾਨੂੰਨੀ ਤੌਰ ਦੇ ਨਾਲ ਹੋ ਰਹੀ ਮਾਈਨਿੰਗ ਨੇ ਕਿੱਡਾ ਵੱਡਾ ਨੁਕਸਾਨ ਇਹਨਾਂ ਬੇਲਿਆਂ ਦੇ ਵਿੱਚ ਜਾਂ ਇਹਨਾਂ ਜੋ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੇ ਉਹਨਾਂ ਨੂੰ ਪੁਜਾਇਆ ਹੈ ਜਾਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਿੰਨਾ ਵੱਡਾ ਨੁਕਸਾਨ ਪੁੱਜਣ ਜਾ ਰਿਹਾ ਹੈ। ਉੱਥੇ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਜਾਂਦੇ ਹਾਂ ਕਿ ਸਰਕਾਰ ਜੀ ਇਹ ਕੇਵਲ ਤੇ ਕੇਵਲ ਇਹਨਾਂ ਦੀ ਨਾ ਸੁਣੋ ਵੀ ਇਹ ਕਰ ਰਹੇ, ਤੁਸੀਂ ਆਪ ਵੀ ਆਪਣੀਆਂ ਅੱਖਾਂ ਖੋਲ੍ਹੋ ਤਾਂ ਦੇਖੋ ਕਿ ਤੁਹਾਡੀ ਆਪਣੀ ਸੰਪਦਾ ਦਾ ਕਿੱਡਾ ਵੱਡਾ ਨੁਕਸਾਨ ਇਹ ਲੋਕ ਕਰ ਰਹੇ ਨੇ। ਜਿੱਥੇ ਤੁਸੀਂ ਕੇਵਲ ਥੋੜ੍ਹੇ ਪੁਆਇੰਟ ਦੇ ਕੇ ਮਾਈਨਿੰਗ ਕਰਾ ਰਹੇ ਹੋ ਉੱਥੇ ਕਈ ਗੁਣਾ ਨਜਾਇਜ਼ ਮਾਈਨਿੰਗ ਕਰਕੇ ਆਪਣੇ ਢਿੱਡ ਭਰ ਰਹੇ ਨੇ ਤੇ ਸਰਕਾਰ ਨੂੰ ਚੂਨਾ ਲਗਾ ਰਹੇ ਨੇ। ਹੁਣ ਵੀ ਸਰਕਾਰ ਜੀ ਮੌਕਾ ਹੈ ਕਿ ਇਹਨਾਂ ਲੋਕਾਂ ਦੀ ਸੁਣ ਲਓ, ਸੁਣੋ ਸਰਕਾਰ ਜੀ, ਨਹੀਂ ਤਾਂ ਆਉਣ ਵਾਲਾ ਸਮਾਂ ਸਰਕਾਰ ਦੇ ਲਈ ਬਹੁਤ ਮੁਸ਼ਕਲ ਹੋਏਗਾ। ਇਹ ਅੱਜ ਦਾ ਪੂਰਾ ਨਿਚੋੜ ਹੈ ਕਿ ਅਗਰ ਸਰਕਾਰ ਨੇ ਇਹਨਾਂ ਦੀ ਨਾ ਸੁਣੀ ਔਰ ਇਹ ਗਲਤ ਤਰੀਕੇ ਨਾਲ ਕੀਤੀ ਜੀ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਹੈ ਉਹਨੂੰ ਬੰਦ ਨਾ ਕਰਾਇਆ ਗਿਆ ਤਾਂ ਆਉਣ ਵਾਲਾ ਸਮਾਂ ਇਹਨਾਂ ਲਈ ਤਾਂ ਮੁਸ਼ਕਲ ਵਾਲਾ ਹੋਏਗਾ ਹੀ ਹੋਏਗਾ ਕਿਉਂਕਿ ਇਹਨਾਂ ਨੂੰ ਆਪਣੇ ਘਰ-ਬਾਰ ਛੱਡਣੇ ਪੈਣਗੇ, ਇਹਨਾਂ ਦੀਆਂ ਜ਼ਮੀਨਾਂ ਹੜ ਜਾਣਗੀਆਂ। ਉੱਥੇ ਹੀ ਸਰਕਾਰ ਨੂੰ ਵੀ ਇਹ ਛੱਡਣਗੇ ਨਹੀਂ, ਸਰਕਾਰ ਨੂੰ ਵੀ ਇਹ ਖਮਿਆਜ਼ਾ ਭੁਗਤਣਾ ਪਏਗਾ। ਇਹ ਕਹਿਣਾ ਇਹਨਾਂ ਲੋਕਾਂ ਦਾ। ਸੁਣਿਆ ਤੁਸੀਂ ਦੋਸਤੋ, ਟਿੱਕਾ ਯਸ਼ਵੀਰ ਚੰਦ ਖੁਦ ਇਹਨਾਂ ਨੂੰ ਬਲਾਤਕਾਰੀ ਦੱਸ ਰਹੇ ਨੇ ਜਿਹੜੇ ਇਸ ਧਰਤੀ ਮਾਂ ਦੇ ਉੱਤੇ ਮਾਈਨਿੰਗ ਕਰ ਰਹੇ ਨੇ, ਨਜਾਇਜ਼ ਰੂਪ ਦੇ ਵਿੱਚ ਧੰਦੇ ਕਰ ਰਹੇ ਨੇ, ਨਜਾਇਜ਼ ਰੂਪ ਦੇ ਵਿੱਚ ਇਸ ਦਾ ਰੇਪ ਕਰ ਰਹੇ ਨੇ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਕੀ ਇਕੱਲੇ ਮਾਈਨਿੰਗ ਕਰਨ ਵਾਲੇ ਇਸ ਦੇ ਜ਼ਿੰਮੇਵਾਰ ਨੇ? ਕਿ ਰੇਪਿਸਟ ਜਿਹੜੇ ਨੇ ਧਰਤੀ ਮਾਂ ਦੇ ਨਾਲ ਰੇਪ ਕਰ ਰਹੇ ਨੇ ਸਿਰਫ ਤੇ ਸਿਰਫ ਇਸ ਰੇਪ ਦੇ ਉਹੀ ਜ਼ਿੰਮੇਵਾਰ ਨੇ? ਨਹੀਂ, ਮੈਂ ਸਮਝਦਾ ਜਿਹੜੇ ਧਰਤੀ ਮਾਂ ਨੂੰ, ਆਪਣੀ ਮਾਂ ਨੂੰ ਕੁਝ ਪੈਸਿਆਂ ਦੇ ਲਈ ਇਹਨਾਂ ਦਰਿੰਦਿਆਂ ਦੇ ਅੱਗੇ ਪੇਸ਼ ਕਰ ਦਿੰਦੇ ਨੇ, ਸਭ ਤੋਂ ਵੱਡੇ ਜ਼ਿੰਮੇਵਾਰ ਉਹ ਨੇ। ਇਹ ਦਰਿੰਦੇ ਪੈਸੇ ਦਾ ਲਾਲਚ ਦਿੰਦੇ ਨੇ। ਓਸ਼ੋ ਨੇ ਆਪਣੀ ਬੁੱਕ ਦੇ ਵਿੱਚ ਇੱਕ ਜਗ੍ਹਾ ਲਿਖਿਆ ਹੈ ਕਿ ਹਰੇਕ ਬੰਦੇ ਦੀ ਕੀਮਤ ਹੈ, ਕੋਈ 5 ਰੁਪਏ 'ਚ ਵਿਕਦਾ ਹੈ, ਕੋਈ 5 ਲੱਖ 'ਚ ਵਿਕਦਾ ਹੈ, ਲੇਕਿਨ ਕੀਮਤ ਹਰੇਕ ਇਨਸਾਨ ਦੀ ਹੈ। ਇਸੇ ਤਰ੍ਹਾਂ ਇਹ ਲੋਕ ਇੱਥੇ ਆ ਕੇ ਕੀਮਤ ਲਗਾਉਂਦੇ ਨੇ ਧਰਤੀ ਮਾਂ ਦੀ।
ਜਿਹੜਾ ਇੱਕ ਕਿੱਲਾ ਅਗਰ ਖੇਤੀਬਾੜੀ ਲਈ ਕਿਸੇ ਨੂੰ ਠੇਕੇ ਤੇ ਦਿੱਤਾ ਜਾਵੇ ਤਾਂ ਉਸ ਦੀ ਕੀਮਤ 50,000 ਤੋਂ ਉੱਪਰ ਨਹੀਂ ਪੈਂਦੀ ਪੂਰੇ ਪੰਜਾਬ ਦੇ ਵਿੱਚ। ਲੇਕਿਨ ਇੱਥੇ ਇੱਕ ਕਿੱਲਾ ਠੇਕੇ ਦੇ ਉੱਤੇ 1 ਸਾਲ ਲਈ ਮਾਈਨਿੰਗ ਕਰਨ ਦੀ ਇਹ ਕੀਮਤ ਦਿੰਦੇ ਨੇ 25 ਲੱਖ ਤੋਂ ਲੈ ਕੇ 35 ਲੱਖ ਰੁਪਏ ਤੱਕ। ਤੇ ਇਹ ਜਿਹੜੇ ਇੱਥੇ ਦੇ ਲੋਕ ਨੇ ਇਹ ਇੰਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਆਪਣੀ ਧਰਤੀ ਮਾਂ ਨੂੰ ਪੇਸ਼ ਕਰ ਦਿੰਦੇ ਨੇ ਇਹਨਾਂ ਦੇ ਅੱਗੇ ਕਿ ਲਓ ਸਾਡੀ ਮਾਂ ਹਾਜ਼ਰ ਹੈ, ਕਰੋ ਇਸ ਦੇ ਨਾਲ ਬਲਾਤਕਾਰ। ਸਭ ਤੋਂ ਵੱਡੇ ਜ਼ਿੰਮੇਵਾਰ ਉਹ ਲੋਕ ਨੇ। ਫਿਰ ਨੇ ਬਲਾਤਕਾਰੀ ਜਿਹੜੇ ਫਿਰ ਆਪਣੀ ਮਰਜ਼ੀ ਨਾਲ, ਆਪਣੇ ਮਨ ਦੀ ਮਰਜ਼ੀ ਨਾਲ ਜਿਸ ਤਰ੍ਹਾਂ ਚਾਹੁੰਦੇ ਨੇ ਉਹ ਸੀਨੇ ਤੇ ਛੇਕ ਕਰਦੇ ਨੇ, ਰੇਪ ਕਰਦੇ ਨੇ, ਉਹ ਚਾਹੇ ਜੋ ਮਰਜ਼ੀ ਕਰਨ, ਫਿਰ ਉਹਨਾਂ ਨੂੰ ਖੁੱਲੀ ਛੁੱਟ ਹੁੰਦੀ ਹੈ। ਤੇ ਤੀਸਰੇ ਦੋਸ਼ੀ ਨੇ ਉਹ ਲੋਕ ਜਿਹੜੇ ਸ਼ਹਿ ਦਿੰਦੇ ਨੇ ਸਰਕਾਰੀ ਮੁਲਾਜ਼ਮ ਬਣ ਕੇ, ਕਾਲੀਆਂ ਭੇਡਾਂ ਬਣ ਕੇ ਇਹਨਾਂ ਦੇ ਇਨਫਾਰਮ ਬੜੇ ਬੈਠੇ ਨੇ। ਸੰਤਰੀ ਤੋਂ ਲੈ ਕੇ ਮੰਤਰੀ ਤੱਕ ਇਹ ਲੋਕ ਹਿੱਸਾ ਦਿੰਦੇ ਨੇ, ਉਹ ਲੋਕ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਕੋਲੋਂ ਹਿੱਸਾ ਲੈਂਦੇ ਨੇ। ਤੇ ਫਿਰ ਜਦੋਂ ਸਾਰਾ ਆਵਾ ਹੀ ਉੱਤਿਆ ਹੋਵੇ ਫਿਰ ਬਚਾਊ ਕੌਣ? ਇਹ ਸਵਾਲ ਬਹੁਤ ਵੱਡਾ ਹੈ ਦੋਸਤੋ। ਇੱਕ ਤੁਹਾਡੇ ਮਨ ਦੇ ਵਿੱਚ ਸਵਾਲ ਜ਼ਰੂਰ ਆਏਗਾ ਬਈ ਇੰਨੀ ਲੁੱਟ ਹੈ ਕਿ 35 ਲੱਖ ਦਾ ਕਿੱਲਾ ਠੇਕੇ ਤੇ ਦਿੱਤਾ ਜਾਂਦਾ ਹੈ ਤਾਂ ਫਿਰ ਸਰਕਾਰ ਨੂੰ ਕਿੰਨੇ ਪੈਸੇ ਜਾਂਦੇ ਨੇ? ਇਹ ਕਿੰਨੀ ਕੁ ਕਮਾਈ ਕਰਦੇ ਨੇ 2 ਨੰਬਰ ਦੀ? ਮੈਂ ਤੁਹਾਨੂੰ ਇਹੀ ਦੱਸਦਾ ਕਿ ਸਿਰਫ ਤੇ ਸਿਰਫ ਅਨੰਦਪੁਰ ਸਾਹਿਬ ਬੈਲਟ ਦੇ ਵਿੱਚ ਹੀ ਮਾਈਨਿੰਗ ਨਾਲ ਇੰਨੀ ਕੁ ਕਮਾਈ ਹੋ ਜਾਂਦੀ ਹੈ ਕਿ ਅਗਰ ਸਰਕਾਰ ਆਪਣੇ ਪੱਧਰ ਦੇ ਉੱਤੇ ਮਾਈਨਿੰਗ ਕਰਾਵੇ, ਜਿਸ ਤਰ੍ਹਾਂ ਦੀ ਇਹ ਇਲੀਗਲ ਮਾਈਨਿੰਗ ਕਰਾਉਂਦੇ ਨੇ, ਇਸੇ ਤਰ੍ਹਾਂ ਦੀ ਮਾਈਨਿੰਗ ਅਗਰ ਸਰਕਾਰ ਆਪਣੇ ਪੱਧਰ ਤੇ ਕਰਾਵੇ ਤਾਂ ਸਰਕਾਰ ਨੂੰ ਇੱਥੇ ਕੋਈ ਹੋਰ ਇੰਡਸਟਰੀ ਲਗਾਉਣ ਦੀ, ਕੋਈ ਹੋਰ ਇਧਰੋਂ ਉਧਰੋਂ ਲਿਆ ਕੇ ਲੋਕਾਂ ਨੂੰ ਇੱਥੇ ਕੋਈ ਬਿਜ਼ਨਸ ਕਰਾਉਣ ਦੀ ਜ਼ਰੂਰਤ ਨਹੀਂ ਪਏਗੀ। ਕਰੋੜਾਂ ਅਰਬਾਂ ਰੁਪਏ ਸਰਕਾਰ ਰੇਤੇ ਬਜਰੀ ਤੋਂ ਇਕੱਠੇ ਕਰ ਸਕਦੀ ਹੈ। ਤੇ ਜਿਹੜੀ ਬੇਰੁਜ਼ਗਾਰੀ ਦੇ ਇਹ ਰੋਲਾ ਪਾਉਂਦੀ ਹੈ ਸਰਕਾਰ, ਉਹਨਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਕੇਵਲ ਇੱਕੋ ਉਦਯੋਗ ਹੀ ਬਹੁਤ ਹੈ, ਇਹ ਜਿਹੜਾ ਚੱਲ ਰਿਹਾ ਅਨੰਦਪੁਰ ਸਾਹਿਬ ਦੇ ਆਸ-ਪਾਸ ਇਲੀਗਲ ਜਾਂ ਪੰਜਾਬ ਦੇ ਹੋਰ ਸਥਾਨਾਂ 'ਚ, ਜਿਹਨਾਂ 'ਚੋਂ ਗੁਰਦਾਸਪੁਰ ਜ਼ਿਲ੍ਹਾ ਤੇ ਜਲੰਧਰ ਜ਼ਿਲ੍ਹੇ ਦਾ ਕਾਵਾ ਪੱਤਣ ਹੈ, ਜਿੱਥੇ ਰੇਤੇ ਦੀ ਸਭ ਤੋਂ ਜ਼ਿਆਦਾ ਮਾਈਨਿੰਗ ਕੀਤੀ ਜਾ ਰਹੀ ਹੈ। ਦੋਸਤੋ ਇੱਕ ਨਜ਼ਰ ਅਗਰ ਮਾਰੀਏ ਵੀ ਆਖਿਰ ਇਹ ਕਮਾਈ ਹੈ ਕਿੰਨੀ? ਅਨੰਦਪੁਰ ਸਾਹਿਬ ਤੇ ਉਸ ਦੇ ਆਸੇ-ਪਾਸੇ ਤਕਰੀਬਨ 100 ਦੇ ਕਰੀਬ ਅਸੀਂ ਮੰਨ ਕੇ ਚੱਲਦੇ ਹਾਂ ਕਿ 100 ਦੇ ਕਰੀਬ ਕ੍ਰੈਸ਼ਰ ਨੇ, ਹਾਲਾਂਕਿ ਇਹ ਤੋਂ ਜ਼ਿਆਦਾ ਹੀ ਕ੍ਰੈਸ਼ਰ ਨੇ। 100 ਅਗਰ 100 ਕ੍ਰੈਸ਼ਰ ਨੇ ਤਾਂ ਇੱਕ ਕ੍ਰੈਸ਼ਰ ਵਾਲਾ 50,000 ਤੋਂ ਲੈ ਕੇ ਲੱਖ ਰੁਪਏ ਤੱਕ ਰੋਜ਼ ਦੀ ਰਾਇਲਟੀ ਠੇਕੇਦਾਰ ਨੂੰ ਦਿੰਦਾ ਹੈ, ਜਿਸ ਨੇ ਸਾਰੀ ਮਾਈਨਿੰਗ ਦਾ ਠੇਕਾ ਲੈ ਰੱਖਿਆ ਹੈ। ਐਵਰੇਜ 70,000 ਵੀ ਮੰਨ ਕੇ ਚੱਲੀਏ ਇੱਕ ਕ੍ਰੈਸ਼ਰ ਤੋਂ, ਤਾਂ ਦੋਸਤੋ 70 ਲੱਖ ਰੁਪਇਆ ਬਣਦਾ ਹੈ ਇੱਕ ਦਿਨ ਦਾ ਰਾਇਲਟੀ ਦਾ। ਤੇ 30 ਦਿਨ ਦਾ ਕਿੰਨਾ ਬਣਿਆ? 21 ਕਰੋੜ ਰੁਪਇਆ। ਅਗਰ ਗੱਲ ਕਰੀਏ ਤਾਂ ਇਹ ਪੂਰੀਆਂ ਮਾਈਨਸ ਜਿਹੜੀਆਂ ਅਨੰਦਪੁਰ ਸਾਹਿਬ ਦੇ ਆਸੇ-ਪਾਸੇ ਨੇ, ਇਸ ਦੇ 72 ਕਰੋੜ ਰੁਪਇਆ ਪੂਰਾ ਠੇਕਾ ਜਿਹੜਾ ਹੈ ਉਹ ਇੱਕ ਠੇਕੇਦਾਰ ਨੇ ਲਿਆ ਹੋਇਆ ਸਾਰਾ, ਤੇ ਉਹ ਰਾਇਲਟੀ ਦੇ ਨਾਂ ਤੇ ਹੀ 21 ਕਰੋੜ ਰੁਪਇਆ ਮਹੀਨੇ ਦਾ ਇਕੱਠਾ ਕਰ ਰਿਹਾ ਹੈ। ਭਾਵ ਤਕਰੀਬਨ 250 ਕਰੋੜ ਰੁਪਇਆ ਸਾਲ ਦਾ। ਇਹ ਤਾਂ ਸਿਰਫ ਉਸ ਠੇਕੇਦਾਰ ਦੀ ਗੱਲ ਹੈ ਨਾ ਜਿਹਨੇ ਠੇਕਾ ਲੈ ਲਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕ੍ਰੈਸ਼ਰ ਮਾਲਕ ਕੀ ਕਰਦੇ ਨੇ। ਕ੍ਰੈਸ਼ਰ ਮਾਲਕ ਪਰ ਸਕੁਅਰ ਫੁੱਟ ਦੇ ਨਾਲ ਇਸ ਜਗ੍ਹਾ ਤੋਂ ਜਿੰਨਾ ਵੀ ਮਾਲ ਪਾਉਂਦੇ ਨੇ ਉਹ ਟਿੱਪਰਾਂ ਦੇ ਵਿੱਚ ਭਰਦੇ ਨੇ। ਇੱਕ ਟਿੱਪਰ ਤੋਂ ਉਹ ਲਗਭਗ 5,000 ਰੁਪਇਆ, 4.5 ਤੋਂ 5,000 ਰੁਪਇਆ ਰਾਇਲਟੀ ਦੇ ਨਾਂ ਦੇ ਉੱਤੇ ਲੈਂਦੇ ਨੇ। 5,000 ਰੁਪਇਆ ਇੱਕ ਅਗਰ ਕ੍ਰੈਸ਼ਰ ਵਾਲਾ ਇੱਕ ਟਿੱਪਰ ਤੋਂ ਲਵੇ ਤਾਂ ਇੱਕ ਕ੍ਰੈਸ਼ਰ ਵਾਲਾ 30 ਤੋਂ ਲੈ ਕੇ 70 ਟਿੱਪਰ ਰੋਜ਼ ਦੇ ਜਿਹੜੇ ਆ ਉਹ ਭਰਦਾ ਹੈ ਮਾਈਨਿੰਗ ਦੇ। ਅਸੀਂ ਐਵਰੇਜ 50 ਲਾ ਕੇ ਚੱਲਦੇ ਹਾਂ। ਜੇ ਅਗਰ ਇੱਕ ਕ੍ਰੈਸ਼ਰ ਵਾਲਾ 50 ਟਿੱਪਰ ਭਰਦਾ ਹੋਵੇ ਤਾਂ ਇੱਕ ਤੋਂ ਉਹ 5,000 ਰੁਪਇਆ ਲੈਂਦਾ ਹੋਵੇ ਤਾਂ 2.5 ਲੱਖ ਰੁਪਇਆ ਉਹ ਰੋਜ਼ ਦੀ ਰਾਇਲਟੀ ਇਹਨਾਂ ਲੋਕਾਂ ਕੋਲੋਂ ਲੈ ਰਿਹਾ ਹੈ, ਉਹ ਟਿੱਪਰ ਮਾਲਕਾਂ ਕੋਲੋਂ ਲੈ ਰਿਹਾ ਹੈ, ਜਿਹੜੇ ਇੱਥੇ ਦਾ ਮਾਲ ਅਲੱਗ-ਅਲੱਗ ਜਗ੍ਹਾ ਤੇ ਪਹੁੰਚਾਉਂਦੇ ਨੇ। ਤੇ ਫਿਰ ਮਹੀਨੇ ਦਾ ਕਿੰਨਾ ਹੋ ਗਿਆ ਦੋਸਤੋ? ਕ੍ਰੈਸ਼ਰ ਮਾਲਕ ਕੋਲ ਮਹੀਨੇ ਦਾ 75 ਕਰੋੜ ਰੁਪਇਆ ਆਮਦਨ ਆ ਗਈ। ਇਹ 75 ਕਰੋੜ ਰੁਪਇਆ ਕੋਈ ਕ੍ਰੈਸ਼ਰ ਮਾਲਕ ਆਪਣੇ ਕੋਲ ਹੀ ਨਹੀਂ ਰੱਖ ਲੈਂਦਾ। ਇਸ ਦੇ ਵਿੱਚੋਂ ਬਹੁਤ ਸਾਰਾ ਹਿੱਸਾ ਵੰਡਿਆ ਜਾ ਰਿਹਾ ਹੈ। ਤੇ ਵੰਡਣ ਦਾ ਇੱਕ ਹੋਰ ਤਰੀਕਾ ਹੈ ਇੱਥੇ ਲੱਗਣ ਵਾਲੀ ਗੁੰਡਾ ਪਰਚੀ।
ਜਦੋਂ ਤੱਕ ਤੁਸੀਂ ਉਹ ਪਰਚੀਆਂ ਨਹੀਂ ਲਈਆਂ ਕ੍ਰੈਸ਼ਰ ਮਾਲਕਾਂ ਨੇ, ਜਦੋਂ ਤੱਕ ਕ੍ਰੈਸ਼ਰ ਮਾਲਕਾਂ ਨੇ ਉਹ ਪਰਚੀਆਂ ਨਹੀਂ ਲਈਆਂ, ਉਦੋਂ ਤੱਕ ਉਹ ਕ੍ਰੈਸ਼ਰ ਮਾਲਕ ਟਿੱਪਰ ਨੂੰ ਨਹੀਂ ਭਰ ਸਕਦਾ। ਉਹ ਗੁੰਡਾ ਪਰਚੀ ਦੀ ਪੈਸਾ ਦੇ ਕੇ ਉਹ ਲੈਣੀ ਹੀ ਪਏਗੀ। ਔਰ ਹੈਰਾਨਗੀ ਉਦੋਂ ਆਏਗੀ ਕਿ ਜਦੋਂ ਕ੍ਰੈਸ਼ਰ ਮਾਲਕ ਕਹਿੰਦੇ ਨੇ ਕਿੰਨੀਆਂ ਪਰਚੀਆਂ ਦੇ ਰਹੇ ਹੋ, ਉਹ ਕਹਿੰਦੇ ਜੀ ਆ ਪਈ ਹੈ ਕਾਪੀ, ਜਿੰਨੀਆਂ ਮਰਜ਼ੀ ਪਰਚੀਆਂ ਲੈ ਲਓ। ਕਿੰਨੀ ਜਗ੍ਹਾ ਦੇ ਰਹੇ ਹੋ ਸਾਨੂੰ, ਤਾਂ ਕਹਿੰਦੇ ਜਗ੍ਹਾ ਕੋਈ ਲਿਮਟ ਨਹੀਂ ਹੈਗੀ ਹੈ, ਕੋਈ ਇਹ ਲਿਮਟ ਨਹੀਂ ਹੈ, ਤੁਸੀਂ 10 ਫੁੱਟ ਪਟਣੀ ਹੈ, 70 ਫੁੱਟ ਪਟਣੀ ਹੈ, 90 ਫੁੱਟ ਪਟਣੀ ਹੈ, ਇਹ ਤੁਹਾਡੀ ਹੈ, 2 ਲੱਖ ਸਕੁਅਰ ਫੁੱਟ ਤੁਹਾਡੀ ਹੋਈ, ਤੁਸੀਂ ਸਾਨੂੰ ਪਰਚੀਆਂ ਦੇ ਪੈਸੇ ਦੇ ਦਿਓ। ਉਹ ਪਰਚੀਆਂ ਦੇ ਪੈਸੇ ਲੈ ਜਾਂਦੇ ਆ, ਗੁੰਡਾ ਪਰਚੀ ਜਿਹਦਾ ਨਾਂ ਦਿੱਤਾ ਗਿਆ ਹੈ। ਉਹ ਤੋਂ ਬਾਅਦ ਉਹ ਕੀ ਹੁੰਦਾ ਹੈ, ਉਹ ਜਿਹੜੀ ਪਰਚੀ ਹੈ ਉਹ ਟਿੱਪਰ ਮਾਲਕ ਨੂੰ ਦਿੱਤੀ ਜਾਂਦੀ ਹੈ। ਗੁੰਡੇ ਅੱਗੇ ਨਾਕਾ ਲਗਾ ਕੇ ਬੈਠੇ ਹੁੰਦੇ ਨੇ, ਉਹ ਉਹਨਾਂ ਨੂੰ ਪਰਚੀ ਦਿਖਾਉਂਦੇ ਨੇ, ਤਾਂ ਉਸ ਨਾਕੇ ਤੋਂ ਇੱਕ ਟਿੱਪਰ ਬਾਹਰ ਨਿਕਲ ਸਕਦਾ ਹੈ ਨਾ। ਇਸ ਹਮਾਮ 'ਚ ਸਾਰੇ ਨੰਗੇ। ਇਸੇ ਲਈ ਮੈਂ ਕਹਿ ਰਿਹਾ ਕਿ ਠੱਲ ਪਵੇਗੀ ਕਿਸ ਤਰ੍ਹਾਂ, ਜਦੋਂ ਅਸੀਂ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਹੈਗੇ ਆ। ਸੰਤਰੀ ਤੋਂ ਲੈ ਕੇ ਮੰਤਰੀ ਤੱਕ ਇਸ ਦੇ ਵਿੱਚੋਂ ਕਮਿਸ਼ਨ ਲੈ ਰਿਹਾ ਹੈ, ਹਰ ਛੋਟਾ ਬੜਾ ਇੱਥੇ ਕਮਾਈ ਕਰਨੀ ਚਾਹੁੰਦਾ ਹੈ, ਤਾਂ ਫਿਰ ਇਸ ਇਲੀਗਲ ਮਾਈਨਿੰਗ ਨੂੰ ਠੱਲ ਕਿਸ ਤਰ੍ਹਾਂ ਪਏਗੀ? ਇਹ ਜਿਹੜੀ ਧਰਤੀ ਮਾਂ ਨਾਲ ਬਲਾਤਕਾਰ ਹੋ ਰਿਹਾ, ਇਹਨਾਂ ਬਲਾਤਕਾਰੀਆਂ ਨੂੰ ਸਜ਼ਾ ਕੌਣ ਦੇਗਾ? ਦੋਸਤੋ, ਬਹੁਤ ਸਾਰੇ ਸਵਾਲ ਨੇ ਮਨ ਦੇ ਵਿੱਚ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਸਵਾਲਾਂ ਦਾ ਕੋਈ ਜਵਾਬ ਦੇ ਪਾਏਗਾ। ਸਾਡਾ ਕੰਮ ਸੀ ਰਿਪੋਰਟ ਪੇਸ਼ ਕਰਨੀ, ਇਸ ਹਲਕੇ ਦੇ ਵਿੱਚ ਹੋ ਰਹੀ ਇਸ ਇਲੀਗਲ ਮਾਈਨਿੰਗ ਬਾਰੇ ਤੁਹਾਡੇ ਸਭ ਤੱਕ ਸਹੀ ਰਿਪੋਰਟ ਪਹੁੰਚਾਉਣੀ, ਤੁਹਾਡੀਆਂ ਅੱਖਾਂ ਖੋਲਣੀਆਂ। ਜਾਗਣਾ ਤਾਂ ਹਲਕੇ ਨੂੰ ਪਏਗਾ। ਦੋਸਤੋ, ਜੋ ਲੋਕ ਕੁਝ ਪੈਸਿਆਂ ਦੇ ਲਈ ਆਪਣੀ ਮਾਂ ਨੂੰ, ਆਪਣੀ ਧਰਤੀ ਮਾਂ ਨੂੰ ਇਹਨਾਂ ਬਲਾਤਕਾਰੀਆਂ ਦੇ ਅੱਗੇ ਪੇਸ਼ ਕਰ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਜਾਗਣਾ ਪਏਗਾ ਤੇ ਫਿਰ ਨਿਠਾਣਾ ਪਏਗਾ ਇਹਨਾਂ ਬਲਾਤਕਾਰੀਆਂ ਨੂੰ ਕਿ ਇਹ ਸਾਡੀ ਮਾਂ ਦੇ ਨਾਲ ਬੁਰੀ ਅੱਖ ਦੇ ਨਾਲ ਦੇਖ ਵੀ ਨਾ ਸਕਣ। ਸਰਹੱਦ ਤੇ ਖੜਾ ਹੋਇਆ ਭਾਰਤੀ ਜਵਾਨ ਸਿਰਫ ਇਸੇ ਲਈ ਸਰਹੱਦ ਤੇ ਖੜਦਾ ਹੈ ਕਿ ਦੁਸ਼ਮਣ ਉਸ ਦੀ ਧਰਤੀ ਮਾਂ ਦੇ ਵੱਲ ਕੈਰੀ ਅੱਖ ਦੇ ਨਾਲ ਦੇਖ ਨਾ ਸਕੇ। ਲੇਕਿਨ ਅਫਸੋਸ ਕਿ ਅਸੀਂ ਲੋਕ ਉਸੇ ਧਰਤੀ ਮਾਂ ਨੂੰ ਇਹਨਾਂ ਬਲਾਤਕਾਰੀਆਂ ਦੇ ਅੱਗੇ ਪੇਸ਼ ਕਰ ਰਹੇ ਹਾਂ। ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਇਸ ਧਰਤੀ ਮਾਂ ਦੀ ਰੱਖਿਆ ਲਈ ਆਪਣੇ ਪ੍ਰਾਣ ਤੱਕ ਨਿਛਾਵਰ ਕਰ ਦਈਏ। ਵਕਤ ਹੈ ਦੋਸਤੋ ਬਦਲਣ ਦਾ, ਤੇ ਬਦਲਣਾ ਤਾਂ ਹੀ ਹੈ ਅਗਰ ਅਸੀਂ ਨਾ ਕੇਵਲ ਸੱਤਾ ਦੇ ਲਾਲਚੀਆਂ ਲੋਕਾਂ ਨੂੰ ਬਦਲਾਈਏ, ਬਲਕਿ ਉਹਨਾਂ ਸੰਤਰੀਆਂ ਮੰਤਰੀਆਂ ਦੇ ਪਰਦੇ ਵੀ ਪਾਸ਼ ਕਰੀਏ ਜਿਹੜੇ ਸਾਨੂੰ ਝੂਠੀਆਂ ਤਸੱਲੀਆਂ ਦਿੰਦੇ ਨੇ। ਦੋਸਤੋ, ਅਖੀਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਇਹ ਚੇਤਾ ਦਾਂ ਕਿ ਅਸੀਂ ਆਪਣਾ ਫਰਜ਼ ਨਿਭਾਇਆ ਹੈ। ਅਸੀਂ ਇਸ ਫਰਜ਼ ਨੂੰ ਨਿਭਾਉਂਦੇ ਹੋਏ ਆਪਣੇ ਇਲਾਕੇ ਦੇ ਵਿੱਚ ਹੋ ਰਹੀ ਇਸ ਨਜਾਇਜ਼ ਮਾਈਨਿੰਗ ਨੂੰ, ਇਸ ਧਰਤੀ ਮਾਂ ਦੇ ਨਾਲ ਹੋ ਰਹੇ ਬਲਾਤਕਾਰ ਨੂੰ ਵੱਧ ਤੋਂ ਵੱਧ ਅਫਸਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਕਾਫੀ ਅਫਸਰਾਂ ਤੱਕ ਅਸੀਂ ਇਹ ਵੀਡੀਓਜ਼ ਪਹੁੰਚਾਈਆਂ ਨੇ, ਲੇਕਿਨ ਕਾਰਵਾਈ ਕਦੋਂ ਹੋਏਗੀ ਇਸ ਦਾ ਸਾਨੂੰ ਵੀ ਇੰਤਜ਼ਾਰ ਰਹੇਗਾ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਤੱਕ ਵੀਡੀਓਜ਼ ਨੂੰ ਪਹੁੰਚਾਇਆ ਜਾ ਸਕੇ, ਉਸ ਸੁਪਰੀਮ ਕੋਰਟ ਤੱਕ ਜਿਹੜੀ ਛੋਟੀ ਛੋਟੀ ਗੱਲ ਦਾ ਆਪ ਸੰਗਿਆਨ ਲੈ ਕੇ ਲੋਕਾਂ ਨੂੰ ਤਰਾਸ਼ਦੀਆਂ ਤੋਂ ਬਚਾ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪੂਰੀ ਵੀਡੀਓਜ਼ ਕਿਸੇ ਤਰ੍ਹਾਂ ਸੁਪਰੀਮ ਕੋਰਟ ਤੱਕ ਪਹੁੰਚਾਇਆ ਜਾ ਸਕਣ, ਤਾਂ ਕਿ ਉਹ ਖੁਦ ਸੰਗਿਆਨ ਲੈ ਕੇ, ਕਿਉਂਕਿ ਅੱਜ ਤੱਕ ਨਾ ਕਿਸੇ ਸਰਕਾਰ ਨੇ ਪੰਜਾਬ ਦੀ ਨੇ ਕੰਮ ਕੀਤਾ ਹੈ, ਨਾ ਪੰਜਾਬ ਹਾਈ ਕੋਰਟ 'ਚ ਪਾਈਆਂ ਹੋਈਆਂ ਪਟੀਸ਼ਨਾਂ ਨੇ ਹਜੇ ਤੱਕ ਕੰਮ ਕੀਤਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਆਪਸ ਦੇ ਵਿੱਚ ਸੰਗਿਆਨ ਲੈ ਕੇ ਇਸ ਪੰਜਾਬ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਜ਼ਰੂਰ ਸਾਡੀ ਆਵਾਜ਼ ਸੁਣਨ, ਤਾਂ ਕਿ ਜਿੱਥੇ ਇਹ ਇਲਾਕਾ ਬਚਿਆ ਰਹਿ ਸਕੇ, ਜਿੱਥੇ ਇਹ ਲੁਕਾਈ ਬਚੀ ਰਹਿ ਸਕੇ, ਉੱਥੇ ਹੀ ਸਾਡਾ ਆਉਣ ਵਾਲਾ ਭਵਿੱਖ, ਸਾਡੇ ਬੱਚੇ ਵੀ ਜਿਹੜੇ ਹੈ ਉਹ ਸੁੱਖ ਦਾ ਸਾਹ ਲੈ ਸਕਣਗੇ। ਸੋ ਇੰਨਾ ਹੀ। ਤੁਸੀਂ ਸਾਡੇ ਨਾਲ ਪਿਛਲੇ ਇੱਕ ਹਫ਼ਤੇ ਤੋਂ ਇਸ ਐਪੀਸੋਡਸ ਦੇ ਵਿੱਚ ਜੁੜਦੇ ਰਹੇ ਹੋ, ਇਸ ਨੂੰ ਪਸੰਦ ਕਰਦੇ ਰਹੇ ਹੋ। ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਕੀਤੇ, ਮੈਸੇजेस ਆਏ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਇਸੇ ਹੌਸਲੇ ਦੇ ਨਾਲ ਅਸੀਂ ਲੱਗੇ ਹੋਏ ਹਾਂ ਤੁਹਾਡੇ ਰੂਬਰੂ ਸੱਚ ਨੂੰ ਲਿਆਉਣ ਦੇ ਲਈ, ਤੇ ਸੱਚ ਅਸੀਂ ਹਮੇਸ਼ਾ ਤੁਹਾਡੇ ਰੂਬਰੂ ਲਿਆਉਂਦੇ ਰਹਾਂਗੇ, ਤੇ ਇਸ ਸੱਚ ਦੀ ਗੂੰਜ ਅਸੀਂ ਸਰਕਾਰੀ ਦਰਬਾਰ ਤੱਕ ਪਹੁੰਚਾਉਂਦੇ ਰਹਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।